ਅਕਾਲੀ ਦਲ ਨੇ ਭਾਜੀ ਵਿਕਾਸ ਬਹੁਤ ਕੀਤਾ ਜੀ ਤੇ ਸਾਡੇ ਲਈ ਬਹੁਤ ਬੈਨੀਫਿਟ ਹੀ ਅਕਾਲੀ ਦਲ ਸਰਕਾਰ ਦੇ ਵਿੱਚ ਸਾਨੂੰ ਹਰ ਸਹੂਲਤ ਮਿਲੀ ਉਹਨਾਂ ਦੀ। ਇਹ ਅਕਾਲੀਆਂ ਦੀ ਹੋਣੀ ਚਾਹੀਦੀ ਹੈ, ਕਾਂਗਰਸ ਦੇ ਕੀਤਾ ਕੋਈ ਨਹੀਂ ਆ। ਸ਼੍ਰੋਮਣੀ ਅਕਾਲੀ ਦਲ ਆਮ ਆਦਮੀ ਪਾਰਟੀ ਨੂੰ ਚੁਣ ਰਹੇ ਹਾਂ ਜੀ। ਹੁਣ 5 ਸਾਲ ਇਹਨਾਂ ਨੂੰ ਦੇ ਕੇ ਵੇਖਦੇ ਹਾਂ ਜੀ। ਅਧੂਰੇ ਵਿਕਾਸ, ਸੀਵਰੇਜ ਪ੍ਰਣਾਲੀ ਅਤੇ ਸਾਫ਼ ਪਾਣੀ ਦਾ ਘਰ ਘਰ ਤੱਕ ਨਾ ਪਹੁੰਚਣਾ ਚੋਣਾਂ ਦਾ ਮੁੱਖ ਮੁੱਦਾ ਬਣ ਸਕਦਾ ਹੈ। ਸੜਕਾਂ ਤੇ ਪਏ ਟੋਏ ਅਤੇ ਗਲੀਆਂ 'ਚ ਖੜਿਆ ਪਾਣੀ ਮੌਜੂਦਾ ਸਰਕਾਰ ਦੇ ਵਿਕਾਸ ਦੀ ਪੋਲ ਖੋਲ੍ਹ ਰਿਹਾ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਕਾਂਗਰਸੀ ਵਿਧਾਇਕ ਡਾਕਟਰ ਰਾਜਕੁਮਾਰ ਵੇਰਕਾ ਵੱਲੋਂ ਆਪਣੇ ਹਲਕੇ 'ਚ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਨਹੀਂ ਕੀਤਾ ਗਿਆ। ਹਾਂਜੀ ਭਾਜੀ, ਕੀ ਨਾਮ ਤੁਹਾਡਾ? ਨਿਸ਼ਾਨ ਸਿੰਘ, ਨਿਸ਼ਾਨ ਸਿੰਘ ਜੀ, ਕਿੱਥੋਂ ਰਹਿਣ ਵਾਲੇ ਹੋ? ਮੈਂ ਪਿੰਡ ਵਰਪਾਲ, ਜ਼ਿਲ੍ਹਾ ਅੰਮ੍ਰਿਤਸਰ। ਤੇ 2022 ਦੀ ਕਿਹੜੀ ਸਰਕਾਰ ਚੱਲਦੀ ਹੈ? ਅਕਾਲੀ ਦਲ। ਅਕਾਲੀ ਦਲ ਤੋਂ। ਅਕਾਲੀ ਦਲ ਨੇ ਭਾਜੀ ਵਿਕਾਸ ਬਹੁਤ ਕੀਤਾ ਜੀ ਤੇ ਸਾਡੇ ਲਈ ਬਹੁਤ ਬੈਨੀਫਿਟ ਹੀ ਅਕਾਲੀ ਦਲ ਸਰਕਾਰ ਦੇ ਵਿੱਚ ਸਾਨੂੰ ਹਰ ਸਹੂਲਤ ਮਿਲੀ ਉਹਨਾਂ ਦੀ ਤੇ ਇਹ ਕਰਕੇ ਅਕਾਲੀ ਦਲ ਸਰਕਾਰ ਚਾਹੁੰਦੇ ਆ ਜੀ। ਕਾਂਗਰਸ ਕਹਿੰਦੀ ਕਈ ਬੜਾ ਵਿਕਾਸ ਕਰਾਇਆ। ਕੋਈ ਭਾਜੀ ਵਿਕਾਸ ਨਹੀਂ ਹੋਇਆ ਕਾਂਗਰਸ ਦੇ ਹੁੰਦਿਆਂ। ਕੋਈ ਸੜਕ ਨਹੀਂ, ਕੋਈ ਨਾਲੀ ਗਲੀ ਨਹੀਂ, ਕੁਝ ਨਹੀਂ ਬਣਿਆ ਜੀ। ਬਹੁਤ ਬੁਰੀ ਹਾਲਤ ਰਹੀ ਆ। ਬਸ ਲੋਕਾਂ ਦੇ ਪਰਚੇ ਕਰਾਉਣ ਦੇ ਧਿਆਨ ਦਿੱਤਾ ਉਹਨਾਂ ਨੇ। ਪਰ ਚੰਨੀ ਸਾਹਿਬ ਕਹਿੰਦੇ ਅਸੀਂ ਬਹੁਤ ਸਹੂਲਤ ਦਿੱਤੀ ਲੋਕਾਂ ਨੂੰ। ਕੋਈ ਸਹੂਲਤ ਨਹੀਂ ਭਾਈ, ਸਾਨੂੰ ਤਾਂ ਕੋਈ ਮਿਲੀ ਨਹੀਂ। ਅਸੀਂ ਤਾਂ ਇਤਰਾ ਤਰੇ ਪਿੰਡ ਅਜੇ ਤੱਕ। ਕੀ ਲੱਗਦਾ ਹੁਣ 2022 ਚ? 2022 ਚ ਭਾਜੀ ਬਸ ਅਕਾਲੀ ਦਲ ਹੀ ਆਊਗੀ ਤੁਹਾਡੇ ਸਾਹਮਣੇ। ਕੀ ਸੋਚਦੇ ਹੋ? ਭਾਜੀ ਅਸੀਂ ਇਹ ਸੋਚਦੇ ਹਾਂ ਵੀ ਅਕਾਲੀਆਂ ਨੂੰ ਵੀ ਦੇਖਿਆ, ਕਾਂਗਰਸ ਨੂੰ ਵੀ ਦੇਖਿਆ ਜੀ। ਇਹਨਾਂ ਨੇ ਕੋਈ ਮਸਲਾ ਹੱਲ ਨਹੀਂ ਕੀਤਾ ਜੀ। ਕੋਈ ਵੀ ਜਿੰਨੇ ਵਾਅਦੇ ਕੀਤੇ ਉਹਨਾਂ 'ਚੋਂ ਕੋਈ ਵੀ ਨਹੀਂ ਪੂਰਾ ਕੀਤਾ ਜੀ। ਹੁਣ ਇਸ ਕਰਕੇ ਹੁਣ ਆਮ ਆਦਮੀ ਪਾਰਟੀ ਨੂੰ ਚੁਣ ਰਹੇ ਹਾਂ ਜੀ। ਹੁਣ 5 ਸਾਲ ਇਹਨਾਂ ਨੂੰ ਦੇ ਕੇ ਵੇਖਦੇ ਹਾਂ ਜੀ। ਭਾਜੀ ਆਮ ਆਦਮੀ ਪਾਰਟੀ ਨੂੰ ਕਿਉਂ ਚੁਣ ਰਹੇ? ਕੀ ਕਿਉਂਕਿ ਜੀ ਇਹਨਾਂ ਨੇ ਜੋ ਦਿੱਲੀ 'ਚ ਕੰਮ ਕੀਤੇ ਨੇ ਤੇ ਜੋ ਚੰਡੀਗੜ੍ਹ ਦਾ ਪ੍ਰਭਾਵ ਦੇਖ ਕੇ ਇਹਨਾਂ ਨੂੰ ਥੋੜ੍ਹਾ ਜਿਹਾ ਇਸ ਕਰਕੇ ਇਹਨਾਂ ਦੇ ਮਗਰ ਦੁਨੀਆ ਤੁੱਲ ਰਹੀ ਹੈ ਕਿ ਇੱਕ ਵਾਰੀ ਇਹ ਮੌਕਾ ਇਹਨਾਂ ਨੂੰ ਦੇ ਕੇ ਦੇਖੀਏ ਵੀ ਇਹ ਕੀ ਕਰਦੇ ਨੇ ਤੇ ਇੱਕ ਵਾਰੀ ਮੌਕਾ ਦੇ ਕੇ ਦੇਖਦੇ ਹਾਂ ਜੀ ਕੀ ਹੁੰਦਾ ਹੈ। ਕੀ ਲੱਗਦਾ ਹੈ ਕਿ ਅਗਰ ਪਾਰਟੀ ਜਿੱਤਦੀ ਆਮ ਆਦਮੀ ਪਾਰਟੀ ਤੇ ਪੰਜਾਬ ਸੁਧਾਰ ਹੋਏਗਾ? ਹੋਏਗਾ ਜੀ, ਬਿਲਕੁਲ ਜ਼ਰੂਰ ਹੋਏਗਾ ਜੀ। ਇਹ ਅਕਾਲੀਆਂ ਦੀ ਹੋਣੀ ਚਾਹੀਦੀ ਹੈ, ਕਾਂਗਰਸ ਦੇ ਕੀਤਾ ਕੋਈ ਨਹੀਂ ਆ। ਇਹਨਾਂ ਬਾਦਲ ਸਾਹਿਬ ਨੇ ਬਹੁਤ ਵਧੀਆ ਕੰਮ ਕਰਦੇ ਰਿਹਾ, ਵਿਕਾਸ ਬਹੁਤ ਵਧੀਆ ਬਣਾਉਂਦੇ ਰਹੇ ਇਹਨਾਂ ਦੇ ਪਹਿਲੋਂ। ਇਹਨਾਂ ਕਈ ਕੋਈ ਸਹੂਲਤਾਂ ਦਿੱਤੀਆਂ ਬਾਦਲ ਸਾਹਿਬ ਨੇ। ਤੇ ਕਾਂਗਰਸ ਕਹਿੰਦੀ ਅਸੀਂ ਬਹੁਤ ਵਿਕਾਸ ਕਰਾਇਆ, ਸਹੂਲਤ ਬਹੁਤ ਨਹੀਂ, ਕਾਂਡੇ ਦੇ ਹਿਸਾਬ ਨਾਲ ਕੋਈ ਕਰਾਇਆ ਨਹੀਂ ਇਹਨਾਂ ਨੇ। ਕਈ ਕੁਝ ਕਰਾ ਛੱਡਿਆ ਇਹਨਾਂ ਨੇ। ਬਾਦਲ ਸਾਹਿਬ ਨੇ ਕਈ ਕੁਝ ਕਰਾਇਆ, ਇਹਨਾਂ ਨੇ ਬਿੱਲ ਮਾਫ ਕਰਾ ਛੱਡੇ ਆ ਜੱਟਾਂ ਦੇ। ਹੋਰ ਕਣਕਾਂ ਦੇ ਰਿਹਾ, ਕਈ ਕੁਝ ਕਰ ਰਹੇ ਆ। ਲੱਗਦਾ 2022 ਸਰਕਾਰ ਬਣੂਗੀ ਹੁਣ। ਅਸੀਂ ਖੁਦ ਵੋਟਾਂ ਪਾਵਾਂਗੇ ਇਹਨਾਂ ਨੂੰ। ਕਿੰਨੇ ਕੁ ਵੱਡੇ ਬਹੁਮਤ ਜਿਤਾਓਗੇ? ਇਹ ਕਾਫੀ ਦਾ ਟਾਈਮ ਜਿੱਤਣਗੇ। ਅਸੀਂ ਤਾਂ ਉਹ ਕਵਾਂਗੇ ਇਹਨਾਂ ਨੂੰ ਵੋਟਾਂ ਪਾਓ, ਇਹਨਾਂ ਨੂੰ ਮੌਕਾ ਦਿਓ ਇੱਕ। ਪ੍ਰਿੰਸ ਗਿੱਲ ਜੀ, ਗਿੱਲ ਸਾਹਿਬ ਕਿੱਥੋਂ ਰਹਿਣ ਵਾਲੇ ਹੋ? ਮੈਂ ਅੰਮ੍ਰਿਤਸਰ ਦਾ ਜੀ। 2022 ਦੀ ਕਿਹੜੀ ਸਰਕਾਰ ਚੱਲਦੀ ਹੈ? ਸ਼੍ਰੋਮਣੀ ਅਕਾਲੀ ਦਲ। ਸ਼੍ਰੋਮਣੀ ਅਕਾਲੀ ਦਲ ਤੋਂ। ਵੇਖੋ ਜੀ, ਜੋ ਵਿਕਾਸ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੇ ਕਰਤਾ ਨਾ, ਉਹ ਜੰਮ ਕੇ ਮਾਈ ਦਾ ਲਾਲ ਨਾ ਬੀਜੇਪੀ ਕਰ ਸਕਦੀ ਜੋ, ਤੇ ਨਾ ਕੈਪਟਨ ਅਮਰਿੰਦਰ ਕੋ ਹੋਇਆ, ਨਾ ਚੰਨੀ ਕੋ ਹੋਇਆ। 36,000 ਮੁਲਾਜ਼ਮਾਂ ਦੇ ਬੈਨਰ ਲਾਤੇ ਇਹਨਾਂ ਨੇ ਠੋਕ ਕੇ, ਤੇ ਉਹ ਮੁਲਾਜ਼ਮ ਛਿੱਤਰ ਖਾਂਦੇ ਹੋਣੇ ਇਹਨਾਂ ਕੋਲ। ਇੰਨਾ ਕੁ ਮਾੜਾ ਹਾਲ ਕਰਤਾ ਬੀਜੇਪੀ ਸਰਕਾਰ ਨੇ, ਕਾਂਗਰਸ ਸਰਕਾਰ ਨੇ। ਇਹਨਾਂ ਨੇ ਕਿਸੇ ਦਾ ਸੋਚਿਆ ਤੱਕ ਨਹੀਂ ਤੇ ਨਾ ਇਹ ਸੋਚ ਹੀ ਸਕਦੇ। 2022 ਦੇ ਵਿੱਚ ਜੇ ਸਰਕਾਰ ਆਊਗੀ ਤੇ ਸ਼੍ਰੋਮਣੀ ਅਕਾਲੀ ਦਲ ਦੀ ਆਊਗੀ। ਮਜੀਠੀਆ ਸਾਹਿਬ ਨਾਲ ਜਿਹੜੀ ਕਰਤੂਤ ਨਵਜੋਤ ਸਿੰਘ ਸਿੱਧੂ ਤੇ ਚੰਨੀ ਨੇ ਕੀਤੀ ਹੈ ਜੀ, ਉਹਦਾ ਇਹਨਾਂ ਨੂੰ ਭੁਗਤਣਾ ਪਊਗਾ ਨਿਆਜ਼ਾ। ਤੇ ਅੱਜ ਸਰਦਾਰ ਬਿਕਰਮ ਸਿੰਘ ਮਜੀਠੀਆ ਜੀ ਹੋਣੀ ਬਾਹਰ ਆ ਤੇ ਸਿੱਧੂ ਤੇ ਚੰਨੀ ਲੁਕਦੇ ਫਿਰਦੇ ਨੇ ਕਿ ਪਤਾ ਨਹੀਂ ਕਿੱਦਾਂ ਧੌਣ ਤੇ ਗੋਡਾ ਸਾਡੇ ਰੱਖ ਦੇਣਾ ਸਰਦਾਰ ਬਿਕਰਮ ਸਿੰਘ ਮਜੀਠੀਆ ਜੀ ਨੇ। ਪਰਮੇਸ਼ਰ ਸਾਹਿਬ, ਵਿਕਾਸ ਕਿੰਨਾ ਕਰਾਇਆ ਵਾ ਇਹਨਾਂ ਨੇ ਅਕਾਲੀ ਦਲ ਨੇ 10 ਸਾਲ 'ਚ? 10 ਸਾਲ ਦੇ ਵਿੱਚ ਜਿੰਨਾ ਵਿਕਾਸ ਹੋਇਆ ਸ਼੍ਰੋਮਣੀ ਅਕਾਲੀ ਦਲ ਨੇ ਕਰਾਇਆ, ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਰਾਇਆ। ਅੱਜ ਜਿਹੜਾ 6 ਘੰਟਿਆਂ ਦਾ ਰਾਹ ਹੀ ਚੰਡੀਗੜ੍ਹ ਦਾ, ਆਪਾਂ 3 ਘੰਟਿਆਂ ਦੇ ਵਿੱਚ ਚੰਡੀਗੜ੍ਹ ਪਹੁੰਚ ਜਾਂਦੇ ਆ ਜੀ। ਇੱਧਰੋਂ ਬਠਿੰਡਾ ਲੈ ਲਓ, ਬਠਿੰਡੇ ਵੀ ਆਰਾਮ ਨਾਲ ਆਪਾਂ ਜਿੱਦਾਂ ਮਰਜ਼ੀ ਜਾਈਏ। ਉਹ ਗੱਲ ਸਹੀ ਕਹੀ ਸੀ ਕਿ ਰਾਜਾ ਵੜਿੰਗ ਹੋਣੀ ਵੀ ਤੇ ਕੈਪਟਨ ਸਾਹਿਬ ਵੀ ਆਨੰਦ ਮਾਰਦੇ ਉਹ ਸੜਕਾਂ 'ਤੇ ਜਾਂਦੇ ਆ ਜੀ। ਲੱਗਦਾ 2022 ਸਰਕਾਰ ਬਣੂਗੀ ਤੁਹਾਡੀ? ਸ਼੍ਰੋਮਣੀ ਅਕਾਲੀ ਦਲ ਦੀ ਪੱਕੀ ਜੀ। ਲੋਕਾਂ ਨੂੰ ਕੀ ਕਹਿਣਾ ਚਾਹੁੰਦੇ? ਲੋਕਾਂ ਨੂੰ ਇਹੋ ਕਹਾਂਗੇ ਜੀ, ਅੱਜ ਤੱਕ ਜਿੰਨੇ ਵੀ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੇ ਵਾਅਦੇ ਕੀਤੇ ਆ, ਉਹ ਆਪਣੀ ਜ਼ੁਬਾਨ 'ਤੇ ਖਰੇ ਉਤਰੇ ਆ ਜੀ। ਨਾਮ ਦੱਸੋ ਜੀ। ਮੇਰਾ ਨਾਮ ਭਾਜੀ ਰਿੰਕੂ ਸ਼ਰਮਾ ਜੀ। ਕਿੱਥੇ ਰਹਿੰਦੇ ਹੋ? ਮੈਂ ਹਲਕਾ ਉੱਤਰੀ 'ਚ ਰਹਿਣਾ ਜੀ, ਮਜੀਠਾ ਰੋਡ ਦੇ। 2022 ਦੇ ਚੁਣਾਵ ਨੂੰ ਲੈ ਕੇ ਕਿਹੜੀ ਪਾਰਟੀ ਨੂੰ ਵੋਟ ਪਾਓਗੇ ਤੁਸੀਂ? ਕਿਹੜੀ ਪਾਰਟੀ ਸੱਤਾ ਦੇ ਵਿੱਚ ਆਉਣੀ ਚਾਹੀਦੀ? ਦੇਖੋ ਜੀ, ਤੁਸੀਂ ਸਭ ਜਾਣੀ ਜਾਣੇ ਕਿ ਇਹ 5 ਸਾਲ ਜਿਹੜੇ ਕਾਂਗਰਸ ਸਰਕਾਰ ਦੇ ਨਿਕਲੇ ਨੇ,
ਪਹਿਲੋਂ ਕੈਪਟਨ ਸਾਹਿਬ 4.5 ਸਾਲ ਝੂਠੀਆਂ ਕਸਮਾਂ ਖਾ ਕੇ ਸੱਤਾ 'ਚ ਆਏ। ਗੁਟਕਾ ਸਾਹਿਬ ਹੱਥ 'ਚ ਫੜ ਕੇ ਉਹਨਾਂ ਨੇ ਨਸ਼ਾ ਖਤਮ ਕਰਨ ਦੀ ਬਣਾਈ ਜਿਹੜੀ ਯੋਜਨਾ ਕਿ ਅਸੀਂ ਖਤਮ ਕਰਾਂਗੇ, ਉਹ ਤੇ ਕੁਝ ਹੋਇਆ ਨਹੀਂ। ਸਾਰੇ ਇਹਨਾਂ ਨੇ 5 ਸਾਲ ਆਪਸ 'ਚ ਲੜ ਕੇ ਕੱਢੇ ਨੇ। ਉਹ ਕਹਿੰਦਾ ਮੈਂ ਕੁਰਸੀ ਤੇ ਬਹਿ ਜਾ, ਸਿੱਧੂ ਕਹਿੰਦਾ, ਕੈਪਟਨ ਸਾਹਿਬ ਕਹਿੰਦੇ ਮੈਂ ਨਾ ਲੱਥਾਂ, ਜਾਖੜਾ ਸਾਹਿਬ ਕਹਿੰਦੇ ਮੈਂ ਬਹਿ ਜਾ। ਇਹਨਾਂ 'ਚ ਲੜਾਈ ਤੋਂ ਸਿਵਾ 5 ਸਾਲ ਹੋਰ ਕੁਝ ਨਹੀਂ ਹੋਇਆ। ਕੀ ਕਿਹੜੇ ਮੁੱਦਿਆਂ ਤੇ ਚੁਣਾਵ ਲੜੇ ਜੀ ਅਕਾਲੀ ਦਲ ਦੇ, ਉਹ ਜਿੱਤਣਗੇ ਕਿਵੇਂ ਜਾਪਦਾ ਉਹ ਜਿੱਤ ਪਾਉਂਗੇ? ਦੇਖੋ ਜੀ 2007 ਤੋਂ ਲੈ ਕੇ 17 ਤੱਕ ਸ਼੍ਰੋਮਣੀ ਅਕਾਲੀ ਦਲ ਸਰਕਾਰ ਚੱਲੀ ਏ। ਤੁਸੀਂ ਦੇਖਿਆ ਜੋ ਪੂਰੇ ਪੰਜਾਬ 'ਚ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਦਾ ਵਿਜ਼ਨ ਸੀ, ਡਿਵੈਲਪਮੈਂਟ ਦਾ ਵਿਜ਼ਨ ਸੀ, ਭਾਵੇਂ ਉਹ ਗੋਲਡਨ ਟੈਂਪਲ ਹੋਵੇ, ਸਾਡਾ ਗੁਰੂਆਂ ਦੀ ਨਗਰੀ ਅੰਮ੍ਰਿਤਸਰ, ਜੋ ਡਿਵੈਲਪਮੈਂਟ, ਰਾਮ ਤੀਰਥ, ਮੂਰਤੀ ਸਥਾਪਨਾ, ਜਿਹੜਾ ਕਿ ਸਾਡੇ ਐਸੀ ਭਾਈਚਾਰੇ ਨੂੰ ਇੱਕ ਬਹੁਤ ਵੱਡਾ ਮਾਨ ਸਨਮਾਨ ਸਾਡੀ ਅਕਾਲੀ ਦਲ ਸਰਕਾਰ ਵੱਲੋਂ ਜਿਹੜਾ ਦਿੱਤਾ ਗਿਆ ਸੀ। ਤੇ ਸ਼੍ਰੋਮਣੀ ਅਕਾਲੀ ਦਲ ਨੇ ਜਿੱਥੇ ਵਿਕਾਸ ਦੀਆਂ ਲੜੀਆਂ ਲਿਆਂਦੀਆਂ, ਉੱਥੇ ਉਹਨਾਂ ਨੇ ਹਰ ਸਮਾਜ ਦੇ ਲੋਕਾਂ ਦਾ ਧਿਆਨ ਰੱਖਿਆ। ਖਾਸ ਤੌਰ ਤੇ ਜਿੱਦਾਂ ਡਿਵੈਲਪਮੈਂਟ, ਰੋਜ਼ਗਾਰ, ਗਰੀਬ ਬੱਚੇ, ਕੁੜੀਆਂ ਨੂੰ ਸਾਈਕਲ, ਆਟਾ ਦਾਲ ਸਕੀਮ ਦਿੱਤੀ। ਇਹਨਾਂ ਨੇ ਕਿਹਾ ਸੀ ਕਿ ਅਸੀਂ ਆਟਾ ਦਾਲ ਦੇ ਨਾਲ ਘਿਓ ਦੇ ਖੰਡ ਵੀ ਦੇਵਾਂਗੇ। ਇਹਨਾਂ ਨੇ ਘਿਓ ਖੰਡ ਕੀ ਦੇਣੀ ਸੀ, ਇਹਨਾਂ ਨੇ ਤੇ ਲੋਕਾਂ ਦੇ ਨੀਲੇ ਕਾਰਡ ਵੀ ਕੈਂਸਲ ਕਰਤੇ। ਵੋਟ ਕਿਹਨੂੰ ਪਾਓਗੇ ਜੀ ਇਸ ਵਾਰੀ? ਦੇਖੋ ਜੀ ਆਪਾਂ ਵੋਟ ਪਾਵਾਂਗੇ ਜਿਹੜਾ ਸਾਡੇ ਹਲਕੇ ਦਾ ਵਿਕਾਸ, ਜਿਹੜੇ ਸਾਡੇ ਹਲਕੇ ਦੀਆਂ ਗਲੀਆਂ ਪੱਕੀਆਂ, ਵਾਟਰ ਸਪਲਾਈ, ਸੀਵਰੇਜ ਸਪਲਾਈ, ਲਾਈਟਾਂ ਸਾਡੇ ਬੂਹੇ ਅੱਗੇ ਚਮਕਾਈਆਂ ਮੈਂ, ਉਹ ਇੱਕੋ ਹੀ ਹੈ, ਅਨਿਲ ਜੋਸ਼ੀ। ਹਾਂਜੀ ਅਕਾਲੀ ਦਲ ਚੋਂ ਜੀ, ਜੋਸ਼ੀ ਭਾਜੀ ਅਕਾਲੀ ਦਲ ਵੱਲੋਂ ਲੜੇ ਹੈ। ਸਾਡੀ ਇੱਕ ਵੋਟ ਤੇ ਮੇਰੇ ਪਰਿਵਾਰ ਦੀ ਤੇ ਸਾਡੇ ਹਲਕੇ ਦੀ ਵੋਟ ਅਨਿਲ ਜੋਸ਼ੀ ਨੂੰ ਪਏਗੀ। ਜੀ ਮੇਰਾ ਨਾਮ ਬਿਕਰਮਜੀਤ ਸਿੰਘ ਹੈ ਜੀ। ਮੇਰੀ ਇੱਥੇ ਡੇਅਰੀ ਆ ਤੇ ਮੈਂ ਅੱਜ ਤੋਂ 8 ਸਾਲ ਤੋਂ ਇੱਥੇ ਕੰਮ ਕਰ ਰਿਹਾ ਜੀ। ਇਹ ਹਲਕਾ ਪੱਛਮੀ ਤੇ ਛਾਟੇ ਦੇ ਭੱਲਾ ਕਲੋਨੀ ਹੈ ਜੀ। ਤੇ ਇੱਥੋਂ ਦੇ ਵਿਧਾਇਕ ਡਾਕਟਰ ਰਾਜ ਕੁਮਾਰ ਵੇਰਕਾ ਜੀ, ਜੋ ਅੱਜ ਕੈਬਨਿਟ ਮੰਤਰੀ ਵੀ ਰਹਿ ਚੁੱਕੇ ਹੈਗੇ ਆ ਜੀ ਮੌਜੂਦਾ। ਸੋ ਅਸੀਂ ਉਹਨਾਂ ਨੂੰ ਤੇ ਇੱਕ ਸੁਨੇਹਾ ਦੇਣਾ ਚਾਹੁੰਦੇ ਹਾਂ ਵੀ ਉਹਨਾਂ ਦੇ ਹਲਕੇ ਦੇ ਵਿੱਚ ਕਹਿੰਦੇ ਵੀ ਇੱਥੇ ਲੋਕਾਂ ਦੇ ਕੰਮ ਵੀ ਹੈਗੇ ਆ ਤੇ ਉਹ ਲੋਕ ਵੀ ਹੈਗੇ ਜਿਨ੍ਹਾਂ ਨੇ ਉਹਨਾਂ ਨੂੰ ਵੋਟਾਂ ਪਾ ਕੇ ਕਾਮਯਾਬ ਕੀਤਾ ਜੀ। ਤਾਂ ਅਸੀਂ ਚਾਹੁੰਦੇ ਹਾਂ ਵੀ ਉਹ ਦਫ਼ਤਰ 'ਚੋਂ ਬਾਹਰ ਨਿਕਲਣ ਤੇ ਗਰਾਊਂਡ ਲੈਵਲ ਤੇ ਵੇਖਣ ਵੀ ਲੋਕ ਉਹਨਾਂ ਤੋਂ ਕਿੰਨੇ ਕੁ ਖੁਸ਼ ਆ। ਮੈਨੂੰ ਦੱਸੋ ਵੀ ਇਲਾਕੇ ਦੀ ਗੱਲ ਕਰੀਏ, ਕਿੰਨਾ ਕੁ ਵਿਕਾਸ ਹੋ ਚੁੱਕਿਆ ਵਾ? ਡਾਕਟਰ ਸਾਹਿਬ 5 ਸਾਲਾਂ ਵਿੱਚ ਤੁਹਾਡੇ ਇਲਾਕੇ ਵਿੱਚ ਕਿੰਨੀ ਕੁ ਵਾਰੀ ਆਏ ਨੇ ਤੇ ਕਿਹੜੇ ਤੁਹਾਡੇ ਕੰਮ ਵਿੱਚ ਵਿਕਾਸ ਕਾਰਜ ਜਿਹੜੇ ਕੀਤੇ ਉਹਨਾਂ ਨੇ? ਵੇਖੋ ਜੀ ਡਾਕਟਰ ਰਾਜ ਕੁਮਾਰ ਵੇਰਕਾ ਜੀ 5 ਸਾਲਾਂ ਵਿੱਚ ਇੱਕ ਵਾਰ ਵੀ ਇਸ ਰੋਡ ਦੇ ਉੱਤੇ ਨਹੀਂ ਆਏ, ਕਿਉਂਕਿ ਉਹਨਾਂ ਨੂੰ ਪਹਿਲਾਂ ਹੀ ਉਹਨਾਂ ਦੇ ਜੋ ਵੀ ਵਿਧਾਇਕ ਹੁੰਦੇ ਆ ਉਹ ਦੱਸ ਦਿੰਦੇ ਆ ਵੀ ਇਹ ਰੋਡ ਇੰਨਾ ਮਾੜਾ ਜੀ, ਤੁਹਾਡੀ ਗੱਡੀ ਇੱਧਰ ਦੀ ਲੰਘਣੀ ਨਹੀਂ ਆ। ਉਹ ਸਿਰਫ ਮੇਨ ਰੋਡ ਦੇ ਉੱਤੇ ਖਲੋ ਕੇ ਉੱਥੋਂ ਹੀ ਪੂੰਜਾ ਪਾਂਜੀ ਕਰਕੇ ਵਾਪਸ ਚਲ ਜਾਂਦੇ ਆ ਤੇ ਦਫ਼ਤਰ ਵਿੱਚ ਜਾ ਕੇ ਆਨਲਾਈਨ ਉਹ ਦੱਸ ਦਿੰਦੇ ਆ ਵੀ ਅਸੀਂ ਵਿਕਾਸ ਕਰਤਾ ਜੀ, ਪੋਸਟਰ ਲਾਤੇ ਆ। ਜਿਹੜੇ ਪੋਸਟਰ ਅੱਜ ਕੱਲ੍ਹ ਚੋਣ ਕਮਿਸ਼ਨ ਨੇ ਇਹਨਾਂ ਦੇ ਝੂਠੇ ਵਾਅਦਿਆਂ ਦੇ ਲਾਏ ਸੀ, ਉਹਨਾਂ ਉਤਾਰ ਕੇ ਬਿਲਕੁਲ ਬੰਦ ਕਰ ਦਿੱਤਾ ਵੀ ਤੁਸੀਂ ਝੂਠਾ ਪ੍ਰਚਾਰ ਕਰਦੇ ਜੇ। ਉਹਨਾਂ ਦੀ ਵਜ੍ਹਾ ਨਾਲ ਅੱਜ ਕੋਈ ਵੀ ਪੋਸਟਰ ਨਹੀਂ ਲਾ ਸਕਦਾ ਜੀ। ਗੱਲ ਕਰੀ ਡਾਕਟਰ ਸਾਹਿਬ ਕਹਿੰਦੇ ਵੀ ਮੈਂ ਇਲਾਕੇ 'ਚ ਬਹੁਤ ਵਿਕਾਸ ਕਰਾਇਆ ਵਾ, ਮੈਂ ਹਰ ਜਿਹੜੇ ਆ ਲੋਕਾਂ ਦੇ ਸੁੱਖ ਦੁੱਖ ਵਿੱਚ ਭਾਈਵਾਲ ਆ। ਜਦੋਂ ਕਿਸੇ ਨੂੰ ਮੁਸੀਬਤ ਆਉਂਦੀ ਆ ਮੈਂ ਹਰ ਕਿਦਾ ਅੱਗੇ ਲੋਕਾਂ ਦਾ ਭਲਾ ਮੰਗਦਾ ਵਾਂ ਤੇ ਉਹਨਾਂ ਵਾਸਤੇ ਜਿਹੜਾ ਦੁੱਖ ਸੁੱਖ ਦੀ ਜਿਹੜੀ ਆ ਉਮੀਦ ਵੀ ਕਰਦਾ ਵਾਂ ਕਿ ਲੋਕਾਂ ਨਾਲ ਮੈਂ ਬਹੁਤ ਵਿਚਰਿਆ 5 ਸਾਲ 'ਚ। ਤੁਸੀਂ ਕਹਿੰਦੇ ਡਾਕਟਰ ਸਾਹਿਬ ਇਲਾਕੇ 'ਚ ਆਏ ਨਹੀਂ। ਵੇਖੋ ਜੀ ਜਦੋਂ ਮੇਨ 2 ਸਾਲ ਆਪਣੇ ਵਿੱਚ ਜਦੋਂ ਲੋਕਡਾਊਨ ਬਿਲਕੁਲ ਹੋਇਆ ਸੀ ਫਸਟ ਟਾਈਮ ਜੀ, ਉਦੋਂ ਲੋਕਾਂ ਦਾ ਵਾਸਤੇ ਬਹੁਤ ਵੱਡਾ ਇੱਕ ਔਖਾ ਟਾਈਮ ਸੀ, ਜਦੋਂ ਉਹਨਾਂ ਨੇ ਬਿਲਕੁਲ ਕੋਈ ਵੀ ਕਿਸੇ ਨੂੰ ਸਰਕਾਰੀ ਸਹੂਲਤ ਤੇ ਮਿਲੀ ਨਹੀਂ ਜੀ। ਬਿਲਕੁਲ NGO ਪ੍ਰਾਈਵੇਟ ਤੇ ਕੁਝ ਪ੍ਰਾਈਵੇਟ ਸੰਸਥਾ ਸੀ ਜਿਨ੍ਹਾਂ ਨੇ ਲੋਕਾਂ ਦੀ ਹੈਲਪ ਕੀਤੀ ਆ। ਸੋ ਇੱਕ ਮੈਂ ਇੱਥੇ ਮੈਸੇਜ ਦੇਣਾ ਚਾਹੁੰਦਾ ਜੀ, ਹਰ ਕੋਈ ਜਿਹੜਾ ਬਿਲਕੁਲ ਜ਼ੀਰੋ ਲੈਵਲ ਤੇ ਬੰਦਾ ਜੀ, ਉਹਨੂੰ ਹਰ ਕੋਈ ਚੌਲ ਰੋਟੀ ਪਕਾ ਕੇ ਦੇ ਕੇ ਜਾਂਦਾ ਸੀ। ਜਿਹੜਾ ਮਿਡਲ ਕਲਾਸ ਅਸੀਂ ਆ ਜੀ, ਸਾਡਾ ਕੰਮ ਬੰਦ ਹੋਇਆ ਜੀ। ਸਾਡੀ ਇੰਨੀ ਆਪਾਂ ਹੁੰਦਾ ਵੀ ਸ਼ਰਮ ਵਿੱਚ ਵੀ ਆਪਾਂ EMI ਜਿਹੜੀ ਆ ਕੈਂਸਲ ਨਹੀਂ ਕਰਾ ਸਕਦੇ ਕਿਉਂਕਿ ਸਾਡੇ ਘਰੇ ਨਾ ਕੋਈ ਆ ਜੇ। ਇਹ ਸਭ ਤੋਂ ਵੱਧ ਮਿਡਲ ਕਲਾਸ ਨੂੰ ਹੈਲਪ ਵੀ ਕਰਨੀ ਚਾਹੀਦੀ ਹੈ ਵੀ ਜਿਹੜਾ ਬੰਦਾ ਕਮਾ ਕੇ ਖਾਂਦਾ ਉਹਦਾ ਕੰਮ ਬੰਦ ਹੋਇਆ। ਗਰੀਬਾਂ ਨੂੰ ਵੀ ਮਿਲ ਗਿਆ, ਚਲੋ ਪਕਾ ਕੇ ਜ਼ਰੂਰੀ ਵੀ ਆ, ਅਮੀਰਾਂ ਕੋਲ ਪੈਸੇ ਵੀ ਹੈਗੇ, ਫਸਟ ਮਿਡਲ ਕਲਾਸ ਵਾਲਾ ਜਾਂਦਾ। ਤੇ ਮੈਂ ਗੱਲ ਕਰੀ ਡਾਕਟਰ ਸਾਹਿਬ ਕਹਿੰਦੇ ਨੇ ਵੀ ਕਰੋਨਾ ਮਹਾਮਾਰੀ ਦੌਰਾਨ ਤੇ ਲੋਕਡਾਊਨ ਦੌਰਾਨ ਅਸੀਂ ਆਪਣੇ ਹਲਕੇ ਵਿੱਚ ਜਿਹੜਾ ਕਿ ਪੱਛਮੀ ਹਲਕਾ ਵਾ, ਬਹੁਤ ਲੋਕਾਂ ਨੂੰ ਜਿਹੜੀਆਂ ਵਾ ਸਰਕਾਰੀ ਕਿੱਟਾਂ ਦਿੱਤੀਆਂ ਗਈਆਂ ਵਾ। ਜਿਹੜਾ ਕਿ ਅਨਾਜ ਸੀ ਉਹਦੇ ਵਿੱਚ ਸਰਕਾਰੀ ਜਿਹੜੀ ਆ ਕੈਪਟਨ ਸਾਹਿਬ ਜਿਹੜੀ ਆਉਂਦਾ ਸੀ ਉਹ ਕਿੱਟਾਂ ਦਿੱਤੀਆਂ ਗਈਆਂ ਵਾ। ਤੁਸੀਂ ਕਹਿੰਦੇ ਤੁਹਾਨੂੰ ਮਿਲੀ ਨਹੀਂ, ਤੁਹਾਨੂੰ ਨਹੀਂ ਮਿਲੀ ਕਿੱਟ? ਨਹੀਂ ਜੀ, ਆਪਾਂ ਨੂੰ ਤਾਂ ਤੁਹਾਨੂੰ ਪਤਾ ਹੀ ਹੈ ਮਿਡਲ ਕਲਾਸ ਨੂੰ ਤੇ ਇਹ ਸਮਝਦੇ ਆ ਵੀ ਸਭ ਤੋਂ ਅਮੀਰ ਬੰਦਾ ਹੀ, ਹਾਲਾਂਕਿ ਮੈਂ ਸਮਝਦਾ ਉਹ ਸਭ ਤੋਂ ਗਰੀਬ ਬੰਦਾ ਹੁੰਦਾ ਵਾ, ਕਿਉਂਕਿ ਉਹਨੇ ਆਪਣਾ ਘਰ-ਬਾਰ ਸਾਰਾ ਇਹੋ ਜਿਹਾ ਤਰੀਕੇ ਨਾਲ ਚਲਾਉਣਾ ਹੁੰਦਾ ਵੀ ਲੋਕਾਂ ਵਿੱਚ ਵੀ ਉਹਦੀ ਬਣੀ ਰਵੇ ਤੇ ਘਰ ਵੀ ਚੱਲੇ। ਇਹਨਾਂ ਜੀ ਕਿਸੇ ਨੂੰ ਕੋਈ ਪੈਕਟ ਨਹੀਂ ਵੰਡਿਆ ਜੀ। ਮੈਂ ਇੱਥੇ ਹੀ ਰਹਿੰਦਾ ਹੈ, 24 ਘੰਟੇ ਹੀ ਲਾਕਡਾਊਨ ਦੇ ਵਿੱਚ ਵੀ ਇੱਥੇ ਰਹੇ ਹਾਂ।
ਕਿਸੇ ਨੇ ਸਵਾਇਆ ਪੁਲਿਸ ਤੋਂ ਡੰਡਿਆਂ ਤੋਂ ਇੱਥੇ ਉਹਨਾਂ ਨੇ ਕੋਈ ਹੈਲਪ ਨਹੀਂ ਕੀਤੀ। ਡੰਡੇ ਜ਼ਰੂਰ ਮਾਰੇ ਆ, ਜਿਹੜੇ ਕੰਮ ਖੋਲ੍ਹਦੇ ਸੀ ਰੇਹੜੀਆਂ ਚਲਾਉਂਦੇ ਸੀ ਉਹਨਾਂ ਨੇ ਤੁਸੀਂ ਵੇਖਿਆ ਹੀ ਆ ਜੀ। SHO ਇਹਨਾਂ ਦੇ ਹੱਲਾਸ਼ੇਰੀ ਨਾਲ ਠੁੱਡ ਮਾਰ ਕੇ ਲੋਕਾਂ ਨੂੰ ਘਰਾਂ 'ਚੋਂ ਵਾੜਦੇ ਸੀ ਵੀ ਤੁਸੀਂ ਬਾਹਰ ਨਾ ਨਿਕਲੋ ਜੀ। ਇਹ ਤੇ ਇੱਕ ਹਿਸਾਬ ਦਾ ਜਮਦੇ ਨੇ ਵੀ ਸਾਡੇ ਤੇ ਦੁਬਾਰਾ ਉਹ ਆਜ਼ਾਦੀ ਜਿਹੜੀ ਖੋਹ ਲਈ ਗਈ ਸੀ ਉਦੋਂ ਦੇ। ਦੇਖੋ ਵੀਰ ਜੀ, ਇਹ ਜਿਹੜਾ ਚੌਂਕ ਆ, ਕੀ ਨਾਂ ਇਸ ਚੌਂਕ ਦਾ, ਤੇ ਅਸੀਂ ਦੇਖਦੇ ਹਾਲਾਤ ਵੀ ਕਾਫੀ ਮਾੜੇ ਨੇ ਚੌਂਕ ਦੇ। ਜਦੋਂ ਬਰਸਾਤਾਂ ਪੈਂਦੀਆਂ ਨੇ ਫਿਰ ਕੀ ਹਾਲਾਤ ਹੁੰਦੇ ਨੇ, ਫਿਰ ਲੋਕਾਂ ਨੂੰ ਲੰਘਣ ਵਿੱਚ ਕਿੰਨੀ ਮੁਸ਼ਕਲ ਆਉਂਦੀ ਇੱਥੋਂ? ਵੇਖੋ ਜੀ, ਇਹ ਚੌਂਕ ਹੈਗਾ ਜੀ ਛਾਟੇ ਚੌਂਕ ਤੋਂ ਆਪਾਂ ਰਾਈਟ ਸਾਈਡ ਤੇ ਆ ਕੇ ਭੱਲਾ ਕਲੋਨੀ ਦੇ ਸ਼ੇਰਸ਼ਾਹ ਸੂਰੀ ਰੋਡ ਆ ਜੀ। ਇਹਦੇ ਹਾਲਾਤ ਇੰਨੇ ਮਾੜੇ ਆ ਵੀ ਜੇ ਮੀਂਹ ਹੱਲੇ ਦੂਰ ਹੀ ਹੋਵੇ ਤਾਂ ਲੋਕਾਂ ਨੂੰ ਇੰਨੀ ਮੁਸ਼ਕਲ ਆ ਜਾਂਦੀ ਆ ਵੀ ਉਹ ਆਪਣੇ ਮੋਟਰਸਾਈਕਲ ਪਹਿਲਾਂ ਹੀ ਗਾਂਹ ਲਾ ਆਉਂਦੇ ਆ ਵੀ ਪਤਾ ਵੀ ਬਾਅਦ 'ਚ ਇੱਥੇ ਪਾਣੀ ਇੰਨਾ ਇਕੱਠਾ ਹੋ ਜਾਣਾ ਜੀ ਸਾਡੇ ਤੋਂ ਲੰਘਿਆ ਨਹੀਂ ਜਾਣਾ। ਤੇ ਹਾਲਾਤ ਇਹਦੇ ਵੀ ਵੇਖੋ, ਸਭ ਤੋਂ ਪਹਿਲਾਂ ਮੇਨ ਕੰਮ ਹੈ ਜੀ ਇਹ। ਤੇ ਮੇਰੇ ਖਿਆਲ ਨਾਲ ਜੇ ਪਾਕਿਸਤਾਨ 'ਚ ਵੇਖੀ ਆਪਣੇ ਤੋਂ ਗਰੀਬ ਆ ਦੇ ਉੱਥੇ ਵੀ ਇਹ ਪਾਣੀ ਦਾ ਨਿਕਾਸ ਆਮ ਹੋ ਜਾਂਦਾ ਜੀ। ਇੱਥੇ ਪਾਣੀ ਦਾ ਨਿਕਾਸ ਅਸੀਂ ਖੁਦ ਵੀ ਕਰ ਲਈਏ ਜੇ ਸੀਵਰੇਜ ਚੱਲਦੇ ਹੋਣ। ਸੀਵਰੇਜ ਇਹਨਾਂ ਦੇ ਜੀ ਸਾਰੇ ਇੱਟਾਂ ਉੱਦਾਂ ਭਰੇ ਆ ਤੇ ਇਹਨਾਂ ਨੇ ਲੇਪਾ ਪੋਚੀ ਕਰਕੇ ਉੱਤੋਂ ਢੱਕ ਦਿੱਤਾ ਵਾ ਵੀ ਸੀਵਰੇਜ ਹੈਗਾ, ਪਰ ਉਹ ਸੀਵਰੇਜ ਬਿਲਕੁਲ ਜ਼ੀਰੋ, ਉਹਦਾ ਕੋਈ ਕੰਮ ਨਹੀਂ ਹੈਗਾ ਜੀ। ਨਾ ਪਾਣੀ ਉਹ ਖਿੱਚਦਾ ਵਾ ਤੇ ਨਾ ਪਾਣੀ ਉਹਦੇ ਵਿੱਚ ਜਾਂਦਾ ਜੀ। ਤੇ ਮੈਨੂੰ ਇਹ ਦੱਸੋ ਵੀਰ ਜੀ, ਵੋਟਾਂ ਫਿਰ ਨੇੜੇ ਆ ਰਹੀਆਂ ਨੇ, ਫਿਰ ਲੀਡਰਾਂ ਨੇ ਤੁਹਾਡੇ ਬੂਹੇ ਗੜੀ ਆ ਕੇ ਹੱਥ ਪੱਲਾ ਜੋੜਨਾ ਵਾ ਅਤੇ ਫਿਰ ਕਹਿਣਾ ਵੀ ਸਾਨੂੰ ਵੋਟ ਪਾਓ, ਸਾਡੀ ਸਰਕਾਰ ਬਣਾਓ, ਰਹਿੰਦੇ ਕੰਮ ਜਿਹੜੇ ਨੇ ਉਹ ਪਹਿਲ ਦੀ ਆਧਾਰ ਕੀਤੇ ਜਾਣਗੇ। ਹੁਣ ਕੀ ਜਵਾਬ ਦਿਓਗੇ ਉਹਨਾਂ ਨੂੰ ਤੇ ਕਿਹੜੀ ਸਰਕਾਰ ਚੁਣੋਗੇ ਹੁਣ? ਵੇਖੋ ਜੀ, ਜੇ ਤੇ ਉਹ ਡਾਕਟਰ ਰਾਜਕੁਮਾਰ ਵੇਰਕਾ ਜੀ ਆਉਣ ਇੱਥੇ ਤੇ ਮੈਂ ਤੇ ਉਹਨਾਂ ਕੋਲ ਇਹੀ ਸਵਾਲ ਪੁੱਛੂੰਗਾ ਵੀ ਤੁਸੀਂ ਕਦੋਂ ਆਏ ਸੀ ਇੱਥੇ, ਕਿਹੜੀ ਤਰੀਕ ਨੂੰ ਪਹਿਲਾਂ ਇੱਥੇ ਤੁਸੀਂ ਆਏ ਜੇ, ਤੇ ਜਾਂ ਹੁਣ ਤੁਸੀਂ ਕਿਉਂ ਆਏ ਜੇ, ਵੀ ਸਾਨੂੰ ਸਮਝ ਲੱਗੇ ਵੀ ਸਾਨੂੰ ਤਾਂ ਅੱਜ ਪਤਾ ਲੱਗਾ ਜੀ ਤੁਸੀਂ ਵਿਧਾਇਕ ਜੇ ਇੱਥੋਂ ਦੇ ਤੇ ਤੁਸੀਂ ਕੰਮ ਕਰਨੇ ਸੀ ਜੀ। ਉਹਨਾਂ ਨੇ ਜੀ ਆਪਣੇ ਜੋ ਵੀ ਉਹਨਾਂ ਦੇ ਤੁਹਾਨੂੰ ਪਤਾ ਹੀ ਉਹਨਾਂ ਦੀ ਹੈਲਪ ਕੀਤੀ ਹੋਗੀ ਲਾਕਡਾਊਨ 'ਚ ਵੀ, ਜਿਹੜੇ ਉਹਨਾਂ ਦੇ ਆਪਣੇ ਸੀ, ਜਿਹੜੇ ਲੋਕਾਂ ਨੇ ਉਹਨਾਂ ਨੂੰ ਵੋਟਾਂ ਪਾਈਆਂ ਜੀ ਉਹਨਾਂ ਨੂੰ ਤਾਂ ਪੁੱਛਿਆ ਨਹੀਂ। ਹੁਣ ਅਸੀਂ ਇਹੋ ਜੀ ਸਰਕਾਰ ਚਾਹੁੰਦੇ ਹਾਂ ਵੀ ਜਿਹੜੀ ਸਿੱਖਿਆ ਐਜੂਕੇਸ਼ਨ ਤੇ ਇੰਡਸਟਰੀ ਵਾਸਤੇ ਕੰਮ ਕਰੇ, ਜਿਹੜੀ ਮੇਨ ਸਭ ਤੋਂ ਆ ਜੀ। ਸੋ ਇਹਨਾਂ ਵਾਸਤੇ ਮੈਨੂੰ ਆਸ ਆ ਕਿ ਕੇਜਰੀਵਾਲ ਇਹਨਾਂ ਨਾਲੋਂ ਮਸਟ ਨੇ ਤੇ ਅਸੀਂ ਚਾਹੁੰਦੇ ਹਾਂ ਚਲੋ ਉਹ ਕੁਝ ਨਾ ਕੁਝ ਇਹ ਦੋਵੇਂ ਜਿਹੜੀਆਂ ਪਾਰਟੀਆਂ ਭੈਣ ਭਰਾ ਭਾਈ ਵਾਲਾ ਕੰਮ ਕਰਦੇ ਜੀ, ਇਹਨਾਂ ਦੀ ਦਰਾਰ ਤੇ ਆਵੇ, ਆਪਸ 'ਚ ਇੱਕ ਦੂਜੇ ਨਾਲ ਤੇ ਲੜਨ। ਤੋਂ ਇਸ ਕਰਕੇ ਮੈਂ ਚਾਹੁੰਦਾ ਵੀ ਆਮ ਆਦਮੀ ਪਾਰਟੀ ਆਵੇ ਤੇ ਮੈਨੂੰ ਉਹਨਾਂ ਦੇ ਆਸ ਵੀ ਆ ਵੀ ਉਹ ਕੰਮ ਕਰਨਗੇ, ਕਿਉਂਕਿ ਉਹਨਾਂ ਦਿੱਲੀ ਵਿੱਚ ਆਲਰੇਡੀ ਇਹ ਕੰਮ ਕਰ ਚੁੱਕੇ ਹਨ। ਠੀਕ ਹੈ, ਬਹੁਤ ਬਹੁਤ ਧੰਨਵਾਦ ਜੀ। ਤੁਸੀਂ ਦੇਖਿਆ ਵੀ ਹਲਕੇ ਦੇ ਜਿਹੜੇ ਲੋਕ ਨੇ ਕਾਫੀ ਨਾਰਾਜ਼ ਨਜ਼ਰ ਆ ਰਹੇ ਨੇ ਆਪਣੇ ਵਿਧਾਇਕ ਕੋ ਡਾਕਟਰ ਰਾਜਕੁਮਾਰ ਕੋ, ਅਤੇ ਕਹਿ ਰਹੇ ਨੇ ਵੀ ਕੋਈ ਜਿਹੜਾ ਇਲਾਕੇ ਵਿੱਚ ਵਿਕਾਸ ਨਹੀਂ ਆਇਆ। ਤਾਂ ਅਸੀਂ ਤਸਵੀਰਾਂ ਦੇਖ ਰਹੇ ਹੋ ਹਲਕਾ ਪੱਛਮੀ ਦੀਆਂ ਡਾਕਟਰ ਰਾਜਕੁਮਾਰ ਵੇਰਕੇ ਇਲਾਕੇ ਦੀਆਂ। ਕੁਝ ਨੌਜਵਾਨ ਵੀ ਨੇ, ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ। ਵੀਰ ਜੀ, ਕੀ ਕਹਿਣਾ ਚਾਹੋਗੇ, ਕਿੰਨਾ ਕਿ ਤੁਹਾਡੇ ਇਲਾਕੇ 'ਚ ਵਿਕਾਸ ਹੋਇਆ ਵਾ? ਤੇ ਗੱਲ ਕਰੀ ਡਾਕਟਰ ਰਾਜਕੁਮਾਰ ਵੇਰਕੇ ਦੀ, ਕਿੰਨੇ ਕੁ ਵਜੇ ਤੁਹਾਡੇ ਇਲਾਕੇ 'ਚ ਜਿਹੜਾ 5 ਸਾਲਾਂ 'ਚ ਆਏ ਨੇ? ਮੇਰਾ ਨਾਮ ਸੁਰਿੰਦਰ ਸੋਤਾ ਹੈ ਜੀ, ਛਾੜੇ ਦੇ ਰਹਿਣ ਵਾਲੇ ਆ। ਸੋ ਡਾਕਟਰ ਰਾਜਕੁਮਾਰ ਵੇਰਕਾ ਦੀ ਜਿਹੜੀ ਵਿਕਾਸ ਦੀ ਮੂੰਹ ਬੋਲਦੀ ਤਸਵੀਰ ਤੁਹਾਡੇ ਸਾਹਮਣੇ ਹੈ। ਕੱਲਾ ਇਹ ਸ਼ੇਰਸ਼ਾਹ ਸੂਰੀ ਰੋਡ ਹੈ ਜੀ, ਇਹ ਪ੍ਰਭਾਕਰ ਸਕੂਲ ਨੂੰ ਜਿਹੜੀ ਗਲੀ ਜਾਂਦੀ ਹੈ। ਸੋ ਕੱਲਾ ਜਿਹੜਾ ਸ਼ੇਰਸ਼ਾਹ ਸੂਰੀ ਰੋਡ ਨਹੀਂ, ਹਲਕਾ ਪੱਛਮੀ ਦਾ ਕੋਈ ਵੀ ਏਰੀਆ ਦੇਖ ਲਓ, ਉੱਥੇ ਤੁਹਾਨੂੰ ਟੁੱਟੀਆਂ ਗਲੀਆਂ, ਖੜੇ ਪਾਣੀ ਤੋਂ ਇਲਾਵਾ ਸੂਰਾਂ ਦੀ ਭਰਮਾਰ ਜਾਂ ਟੁੱਟੀਆਂ ਸੜਕਾਂ ਤੋਂ ਇਲਾਵਾ ਹੋਰ ਕੁਝ ਵੀ ਨਜ਼ਰ ਨਹੀਂ ਆਵੇਗਾ। ਸੋ ਜਿਹੜਾ ਡਾਕਟਰ ਰਾਜਕੁਮਾਰ ਵੇਰਕਾ ਦਾ ਵਿਕਾਸ ਹੈ ਉਹ ਸਿਰਫ ਗੱਲਾਂ ਦੇ ਵਿੱਚ ਹੀ ਹੈ। ਇੱਥੇ ਹਲਕਾ ਪੱਛਮੀ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਵਿਕਾਸ ਨਹੀਂ ਹੋਇਆ। ਮੈਨੂੰ ਦੱਸੋ ਵੀ ਗੱਲ ਕਰੀਏ ਲਾਕਡਾਊਨ ਦੌਰਾਨ, ਉਸ ਟਾਈਮ ਤੇ ਲੋਕਾਂ ਦੇ ਹਾਲਾਤ ਬਹੁਤ ਮਾੜੇ ਸੀ। ਸਰਕਾਰ ਵੱਲੋਂ ਵੀ ਕਿਹਾ ਜਾਂਦਾ ਵੀ ਪੁਖਤਾ ਇੰਤਜ਼ਾਮ ਕੀਤੇ ਗਏ, ਲੋਕਾਂ ਨੂੰ ਘਰ ਘਰ ਰਾਸ਼ਨ ਮੁਹੱਈਆ ਕਰਵਾਇਆ ਗਿਆ, ਕਿੱਟਾਂ ਦਿੱਤੀਆਂ ਗਈਆਂ ਸਰਕਾਰੀ। ਉਸ ਟਾਈਮ ਤੇ ਤੁਹਾਡੇ ਇਲਾਕੇ ਦਾ ਕੀ ਹਾਲ ਸੀ? ਕਿੰਨਾ ਕੁ ਡਾਕਟਰ ਸਾਹਿਬ ਨੇ ਆਪਣੇ ਇਲਾਕੇ ਦੇ ਲੋਕਾਂ ਨੂੰ ਜਿਹੜੀਆਂ ਵਾ ਕਿੱਟਾਂ ਮੁਹੱਈਆ ਕਰਾਈਆਂ? ਵੇਖੋ, ਲਾਕਡਾਊਨ ਦੇ ਵਿੱਚ ਤਾਂ ਡਾਕਟਰ ਰਾਜਕੁਮਾਰ ਵੇਰਕਾ ਜੀ ਦੇ ਲਾਪਤਾ ਦੇ ਪੋਸਟਰ ਵੀ ਲੱਗ ਗਏ ਸੀ ਹਲਕੇ ਦੇ ਵਿੱਚ। ਬਹੁਤ ਸਾਰੇ ਲੋਕਾਂ ਨੇ ਕਿਹਾ ਸੀ ਕਿ MLA ਜਿਹੜਾ ਉਹ ਲਾਪਤਾ ਹੈ, ਕਿਉਂਕਿ ਵਿਧਾਇਕ ਸਾਹਿਬ ਨੇ ਇੱਕ ਵਾਰੀ ਵੀ ਆ ਕੇ ਹਲਕੇ ਦੇ ਲੋਕਾਂ ਦਾ ਹਾਲ ਨਹੀਂ ਪੁੱਛਿਆ। ਜੇ ਪੁੱਛਿਆ ਤਾਂ ਸਿਰਫ ਉਹਨਾਂ ਨੇ ਜਿਹੜੇ ਉਹਨਾਂ ਦੇ ਚਹੇਤੇ ਸੀ ਉਹਨਾਂ ਨੂੰ ਜਿਹੜਾ ਉਹ ਰਾਸ਼ਨ ਦੇ ਨਾਂ ਤੇ ਜਿਹੜੇ ਪੈਸੇ ਵੰਡੇ, ਜਾਂ ਉਹਨਾਂ ਆਪਣੇ ਚਹੇਤਿਆਂ ਨੂੰ ਜਿਹੜਾ ਉਹਨਾਂ ਨੇ ਖੁਸ਼ ਕੀਤਾ। ਜਿਹੜੇ ਆਮ ਨਾਗਰਿਕ ਸੀ ਜਾਂ ਆਮ ਲੋਕ ਸੀ, ਜਿਹੜੀ ਆਮ ਜਨਤਾ ਸੀ, ਉਹਨਾਂ ਦਾ ਬਹੁਤ ਬੁਰਾ ਹਾਲ ਸੀ। ਇਹ ਤਾਂ ਚਲੋ ਕਿਉਂਕਿ ਪੰਜਾਬ ਦੀ ਧਰਤੀ ਜਿਹੜੀ ਗੁਰੂਆਂ ਪੀਰਾਂ ਦੀ ਧਰਤੀ ਹੈ, ਬੜੇ ਸਮਾਜ ਸੇਵੀ ਲੋਕਾਂ ਨੇ ਜਿਹੜਾ ਲੋਕਾਂ ਦੀ ਹੈਲਪ ਕੀਤੀ, ਪਰ ਰਾਜਕੁਮਾਰ ਵੇਰਕਾ ਜੀ ਵੱਲੋਂ ਕਿਸੇ ਵੀ ਤਰ੍ਹਾਂ ਦਾ ਕੋਈ ਵੀ, ਮੈਂ ਕਹਿੰਦਾ ਕਿ 0 ਨੰਬਰ ਦਾ ਵੀ ਕੰਮ ਹਲਕੇ ਦੇ ਵਿੱਚ ਨਹੀਂ ਕੀਤਾ ਗਿਆ। ਪਰ ਡਾਕਟਰ ਸਾਹਿਬ ਕਹਿੰਦੇ ਨੇ ਵੀ ਉਹਨਾਂ ਨੇ ਆਪਣੇ ਇਲਾਕੇ 'ਚ ਵਿਕਾਸ ਬਹੁਤ ਕਰਾਏ ਨੇ, 5 ਸਾਲ ਬਹੁਤ ਲੋਕਾਂ ਨਾਲ ਮਿਲੇ ਵਿਚਰਦੇ ਰਹੇ ਨੇ। ਉਹਨਾਂ ਦੇ ਜਿਹੜੇ ਆ ਘਰ ਦੇ ਦਰਵਾਜ਼ੇ ਹਮੇਸ਼ਾ ਖੁੱਲ੍ਹੇ ਰਹਿੰਦੇ ਨੇ ਲੋਕਾਂ ਵਾਸਤੇ। ਜਦੋਂ ਕੋਈ ਫਰਿਆਦ ਲੈ ਕੇ ਆਉਂਦਾ ਸਭ ਦੀ ਫਰਿਆਦਾਂ ਸੁਣਦੇ ਨੇ। ਫਿਰ ਕਿਉਂ ਨਹੀਂ ਇਲਾਕੇ 'ਚ ਵਿਕਾਸ ਹੋਇਆ? ਦੇਖੋ ਗਰੇਵਾਲ ਸਾਹਿਬ, ਮੈਂ ਇੱਕ ਗੱਲ ਕਹਿਣੀ ਚਾਹਾਂਗਾ ਕਿ ਜਿਹੜੇ ਰਾਜਕੁਮਾਰ ਵੇਰਕਾ ਜੀ ਆ ਉਹ ਨਾ ਫਿਲਮਾਂ ਬਹੁਤ ਬਣਾਉਂਦੇ ਨੇ, ਔਰ ਉਹਨਾਂ ਨੇ ਜਿਹੜਾ ਜਦੋਂ ਇੱਥੋਂ ਬੰਬੇ ਦੇ ਵਿੱਚ ਜਾ ਕੇ ਫਿਲਮਾਂ ਬਣਾਉਂਦੇ ਨੇ ਤੇ ਉਹ ਫਿਲਮਾਂ ਦੇ ਵਿੱਚ ਕਿਉਂਕਿ ਸਾਰਾ ਕਾਲਪਨਿਕ ਹੁੰਦਾ ਹੈ, ਇਸੇ ਤਰੀਕੇ ਨਾਲ ਜਿਹੜਾ ਉਹ ਲੋਕਾਂ ਦੇ ਵਿੱਚ ਵੀ ਕਾਲਪਨਿਕ ਦੁਨੀਆ ਦੇ ਵਿੱਚ ਜੀ ਰਹੇ ਨੇ। ਰਾਜਕੁਮਾਰ ਵੇਰਕਾ ਜੀ ਕਹਿੰਦੇ ਨੇ ਮੈਂ ਬਹੁਤ ਵਿਕਾਸ ਕੀਤਾ, ਸਿਰਫ ਕਾਗਜ਼ਾਂ ਦੇ ਵਿੱਚ ਹੀ ਹੈ।
ਜਿੰਨਾ ਹਲਕੇ ਦਾ ਪੈਸਾ ਸੀ ਉਹਨਾਂ ਨੇ ਖੜ ਕੇ ਬੰਬੇ ਦੇ ਵਿੱਚ ਫਿਲਮਾਂ ਬਣਾਈਆਂ, ਇੱਕ ਦੋ ਗਾਣੇ ਜਿਹੜੇ ਉਹ ਬੋਲ ਕੇ ਲੋਕਾਂ ਦੇ ਵਿੱਚ ਆ ਕੇ ਜਿਹੜਾ ਮੂਰਖ ਬਣਾਉਂਦੇ ਨੇ। ਸੋ ਡਾਕਟਰ ਰਾਜਕੁਮਾਰ ਵੇਰਕਾ ਜੀ ਬਹੁਤ ਵਧੀਆ ਐਕਟਰ ਨੇ, ਇੱਕ ਗੱਲ ਮੰਨਣੀ ਪੈਗੀ, ਐਕਟਿੰਗ ਬਹੁਤ ਵਧੀਆ ਕਰਦੇ ਨੇ। ਹਲਕੇ ਦਾ ਉਹਨਾਂ ਨੂੰ ਵੀ ਪਤਾ ਹੈ ਕਿ ਵਿਕਾਸ ਉਹਨਾਂ ਨੇ ਕੁਝ ਵੀ ਨਹੀਂ ਕੀਤਾ, ਪਰ ਐਕਟਿੰਗ ਐਡੀ ਵਧੀਆ ਕਰਦੇ ਨੇ ਕਿ ਇੰਜ ਲੱਗਦਾ ਹੈ ਕਿ ਜਿੱਦਾਂ ਪਤਾ ਹੀ ਨਹੀਂ ਕਿੰਨਾ ਕੁ ਉਹਨਾਂ ਨੇ ਹਲਕੇ ਦਾ ਵਿਕਾਸ ਕੀਤਾ ਹੈ। ਹਾਂ, ਵਿਕਾਸ ਉਹਨਾਂ ਨੇ ਆਪਣੇ ਲੋਕਾਂ ਦਾ ਕੀਤਾ ਹੈ। ਪਿਛਲੇ ਦਿਨਾਂ ਦੇ ਵਿੱਚ ਹੀ ਜਿਹੜਾ ਉਹਨਾਂ ਆਪਣੇ ਚਹੇਤਿਆਂ ਨੂੰ 20-20 ਹਜ਼ਾਰ ਰੁਪਇਆ ਦਿੱਤਾ ਹੈ ਸਰਕਾਰੀ ਖਜ਼ਾਨੇ ਦੇ ਵਿੱਚੋਂ। ਸੋ ਵਿਕਾਸ ਦੀ ਜਿਹੜੀ ਗੱਲ ਹੈ, ਉਸ ਵਿਕਾਸ ਦੇ ਪੱਧਰ ਦੇ ਉੱਤੇ ਜੇ ਤੁਸੀਂ ਡਾਕਟਰ ਰਾਜਕੁਮਾਰ ਵੇਰਕਾ ਦੇ ਰਿਪੋਰਟ ਕਾਰਡ ਲਓ ਤਾਂ ਸਿਰਫ ਉਹਨਾਂ ਨੂੰ ਜ਼ੀਰੋ ਹੀ ਮਿਲੇਗੀ। ਜ਼ੀਰੋ ਤੋਂ ਵੀ ਮਾਈਨਸ ਲੋਕ ਜਿਹੜੇ ਆ ਉਹਨਾਂ ਨੂੰ ਇਸ ਵੇਲੇ ਹਲਕਾ ਪੱਛਮੀ ਦੇ ਵਿੱਚ ਲੋਕਾਂ ਦੇ ਵਿੱਚ ਰੋਹ ਹੈ। ਲੋਕ ਜਿਹੜਾ ਡਾਕਟਰ ਰਾਜਕੁਮਾਰ ਵੇਰਕਾ ਨੂੰ ਦੁਬਾਰਾ ਇਸ ਹਲਕੇ ਦਾ ਵਿਧਾਇਕ ਨਹੀਂ ਬਣਾਉਣਾ ਚਾਹੁੰਦੇ। ਲਾਸਟ ਸਵਾਲ ਮੇਰਾ ਜੀ, ਕੀ ਕਹਿਣਾ ਚਾਹੋਗੇ? ਵੋਟਾਂ ਫਿਰ ਆ ਰਹੀਆਂ 2022 ਦੇ ਨੇੜੇ, ਫਿਰ ਲੀਡਰਾਂ ਨੇ ਤੁਹਾਡੇ ਬੂਹੇ ਗਾੜੀ ਆ ਕੇ ਤੁਹਾਨੂੰ ਫਰਿਆਦ ਕਰਨੀ ਹੈ ਵੀ ਸਾਨੂੰ ਵੋਟ ਪਾਓ, ਰਹਿੰਦੇ ਕੰਮ ਜਿਹੜੇ ਕੀਤੇ ਜਾਣਗੇ ਪਹਿਲੇ ਆਧਾਰ ਤੇ। ਕੀ ਜਵਾਬ ਦਿਓਗੇ ਵੋਟਰਾਂ ਨੂੰ ਤੇ ਕਿਸ ਤਰ੍ਹਾਂ ਦੀ ਸਰਕਾਰ ਚਾਹੁੰਦੇ ਤੁਸੀਂ? ਦੇਖੋ, ਵਿਕਾਸ ਜਿਹੜੀ ਜਵਾਬ ਹੈ ਜੀ, ਜਵਾਬ ਇਹੀ ਹੈ ਕਿ ਸਰਕਾਰ ਜਿਹੜੀ ਵਿਕਾਸ ਵਾਲੀ ਹੋਣੀ ਚਾਹੀਦੀ ਹੈ, ਜਿਹੜਾ ਹਲਕੇ ਦਾ ਵਿਕਾਸ ਕਰੇ, ਜਿਹੜੇ ਲੋਕਾਂ ਦੇ ਦੁੱਖ ਦਰਦ ਸੁਣੇ ਔਰ ਲੋਕਾਂ ਦੀਆਂ ਮੁਸ਼ਕਲਾਂ ਸੁਣੇ। ਸੋ ਆਉਣ ਵਾਲਾ ਜਿਹੜਾ ਸਮਾਂ ਹੈ ਉਸ ਦੇ ਵਿੱਚ ਪੰਜਾਬ ਦੇ ਲੋਕ, ਹਲਕਾ ਪੱਛਮੀ ਦੇ ਲੋਕ ਜਿਹੜਾ ਇਸ ਚੀਜ਼ ਦਾ ਜਵਾਬ ਦੇਣਗੇ ਔਰ ਖਾਸ ਕਰਕੇ ਜਿਹੜੇ ਡਾਕਟਰ ਰਾਜਕੁਮਾਰ ਵੇਰਕਾ ਜੀ ਉਹ ਭੁੱਲ ਜਾਣ ਕਿ ਦੁਬਾਰਾ ਹਲਕਾ ਪੱਛਮੀ ਦੇ ਲੋਕ ਉਹਨਾਂ ਦੀਆਂ ਚਿਕਣੀਆਂ ਚੋਪੜੀਆਂ ਗੱਲਾਂ ਤੇ ਜਿਹੜੀਆਂ ਕਾਲਪਨਿਕ ਗੱਲਾਂ ਨੇ ਉਹਨਾਂ ਦੇ ਵਿੱਚ ਆ ਜਾਣਗੇ। E5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ ਤੇ ਕਲਿੱਕ ਕਰੋ। ਕੀ ਹੁੰਦੀ ਹੈ ਜਮ੍ਹਾਂਬੰਦੀ, ਕਿਵੇਂ ਬਣਦੀ ਹੈ ਵਸੀਅਤ, ਜ਼ਮੀਨ ਜਾਇਦਾਦ ਦੇ ਹਰ ਮਸਲੇ ਤੇ ਕਰਾਂਗੇ ਚਰਚਾ। ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ naibtehsildar.com ਕਾਨੂੰਨ ਜਾਇਦਾਦ ਦਾ।